हाँ जी बेटे, आप थर्मल प्रॉपर्टीज़ ऑफ मैटर चो ही नैक्सट टॉपिक अगे करते हैं ट्रांसफर ऑफ हीट। ਹੁਣ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਜਦੋਂ ਹੀਟ એનર્ਜੀ ਨੇ ਇੱਕ ਥਾਂ ਤੋਂ ਦੂਜੇ ਥਾਂ ਤੱਕ ਟ੍ਰਾਂਸਫਰ ਹੋਣਾ ਹੈ ਤਾਂ ਕਿਹੜੇ-ਕਿਹੜੇ ਵੇਜ਼ ਨੇ ਹੀਟ ਨੂੰ ਟ੍ਰਾਂਸਫਰ ਕਰਨ ਦੇ। ਤਾਂ ਤਿੰਨ ਵੇਜ਼ ਦੇ ਨਾਲ ਹੀਟ ਇੱਕ ਪਲੇਸ ਤੋਂ ਦੂਸਰੀ ਪਲੇਸ ਤੱਕ ਟ੍ਰਾਂਸਫਰ ਹੋ ਸਕਦੀ ਹੈ। ਵਨ ਇਜ਼ ਕੰਡਕਸ਼ਨ, ਕਨਵੈਕਸ਼ਨ ਐਂਡ ਰੇਡੀਏਸ਼ਨ। ਹੁਣ ਕੰਡਕਸ਼ਨ ਦੇਖੋ, ਕੰਡਕਸ਼ਨ ਕੀ ਪ੍ਰੋਸੈਸ ਹੈ? It is the process by which heat is transmitted from one point to another through a substance in the direction of fall of temperature without the actual motion of particle of substance। ਹੁੰਦਾ ਜੇ ਇਹਦੇ ਵਾਸਤੇ ਐਗਜ਼ਾਮਪਲ ਦੇਖੋ, ਜਿਵੇਂ ਆਪਾਂ ਘਰੇ ਕੋਈ ਸਬਜ਼ੀ ਬਣਾ ਰਹੇ ਹਾਂ, ਉਹਦੇ ਵਿੱਚ ਆਪਾਂ ਸਰਵਿੰਗ ਸਪੂਨ ਐਜ਼ ਇਟ ਇਜ਼ ਹੀ ਲੈਡਲ ਨੂੰ ਇੱਦਾਂ ਹੀ ਸਬਜ਼ੀ ਦੇ ਵਿੱਚ ਰੱਖਤਾ ਹੈ ਨਾ, ਤਾਂ ਆਪਾਂ ਥੋੜੀ ਦੇਰ ਬਾਅਦ ਜਦੋਂ ਉਹਨੂੰ ਹੱਥ ਲਾਵਾਂਗੇ ਤਾਂ ਉਹਦਾ ਜਿਹੜਾ ਸੈਕਿੰਡ ਐਂਡ ਹੈ ਜਿਹੜਾ ਬਾਹਰ ਸੀ ਉਹ ਵੀ ਥੋੜਾ ਜਿਹਾ ਕੀ ਹੋਊਗਾ, ਗਰਮ ਹੋਊਗਾ ਹੈ ਨਾ। ਤਾਂ ਇਹਦਾ ਮਤਲਬ ਜਦੋਂ ਉਹ ਸਬਜ਼ੀ ਨੂੰ ਆਪਾਂ ਥੱਲੋਂ ਹੀਟ ਮਿਲ ਰਹੀ ਸੀ, ਉਹਦਾ ਟੈਂਪਰੇਚਰ ਹਾਈ ਸੀ, ਉਹਦੇ ਤੋਂ ਦੂਸਰੇ ਐਂਡ ਤੱਕ ਹੀਟ ਟ੍ਰਾਂਸਫਰ ਹੋ ਰਹੀ ਸੀ। ਜਿਹੜਾ ਸੈਕਿੰਡ ਐਂਡ ਸੀ ਉਹਦਾ ਟੈਂਪਰੇਚਰ T1 ਸੀ ਤੇ ਇੱਥੇ ਟੈਂਪਰੇਚਰ T2। ਇਹ ਹਾਈ ਟੈਂਪਰੇਚਰ ਸੀ, ਇਹ ਲੋ ਟੈਂਪਰੇਚਰ ਸੀ, ਠੀਕ ਹੈ। ਹਾਈ ਟੈਂਪਰੇਚਰ ਤੋਂ ਲੋ ਟੈਂਪਰੇਚਰ ਵੱਲ ਹੀ ਹੀਟ ਟ੍ਰਾਂਸਫਰ ਹੋਈ, ਠੀਕ ਹੈ। ਤਾਂ ਦਿਸ ਵੇ ਇਜ਼ ਕੰਡਕਸ਼ਨ। ਹੁਣ ਇਹਦੇ ਵਿੱਚ ਜਿਹੜੇ ਮੋਲੀਕਿਊਲਸ ਨੇ, ਜਿਹੜੇ ਵੀ ਇਸ ਮੰਨ ਲਓ ਇਹ ਸਟੀਲ ਦੀ ਕੜਛੀ ਸੀ ਆਪਣੇ ਕੋਲ, ਠੀਕ ਹੈ, ਇਹਦੇ ਵਿੱਚ ਜੋ ਵੀ ਮੋਲੀਕਿਊਲ ਸੀ ਉਹ ਤਾਂ ਨਹੀਂ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਟਰੈਵਲ ਕੀਤੇ, ਨੋ। ਉਹ ਮੋਲੀਕਿਊਲਸ ਤੋਂ ਇੱਕ ਦੂਜੇ ਕੋਲ ਇੱਦਾਂ ਹੀਟ ਟ੍ਰਾਂਸਫਰ ਹੁੰਦੀ ਹੋਈ ਇੱਕ ਐਂਡ ਤੋਂ ਦੂਸਰੇ ਐਂਡ ਤੱਕ ਜਾਂਦੀ ਹੈ, ਠੀਕ ਹੈ। ਤਾਂ ਇਟ ਇਜ਼ ਦ ਵੇ ਬਾਈ ਵਿਚ ਹੀਟ ਇਜ਼ ਟ੍ਰਾਂਸਮਿਟਡ ਫਰੋਮ ਵਨ ਪੁਆਇੰਟ ਟੂ ਅਨਦਰ ਥਰੂ ਅ ਸਬਸਟੈਂਸ। ਕਿਸੇ ਮਟੀਰੀਅਲ ਦੀ ਜ਼ਰੂਰਤ ਹੈ ਜਦੋਂ ਆਪਾਂ ਕੰਡਕਸ਼ਨ ਦੀ ਗੱਲ ਕਰਦੇ ਹਾਂ, ਠੀਕ ਹੈ। ਇਨ ਦੀ ਡਾਇਰੈਕਸ਼ਨ ਆਫ ਕਿੱਧਰ? ਫਾਲ ਆਫ ਟੈਂਪਰੇਚਰ। ਜਿੱਧਰ ਨੂੰ ਟੈਂਪਰੇਚਰ ਘਟਦਾ ਉਧਰ ਨੂੰ ਹੀਟ ਟ੍ਰਾਂਸਫਰ ਹੋਏਗੀ ਵਿਦਆਊਟ ਦੀ ਐਕਚੁਅਲ ਮੋਸ਼ਨ ਆਫ ਪਾਰਟੀਕਲ। ਤੇ ਜਿਹੜੇ ਮੋਲੀਕਿਊਲਸ ਨੇ ਉਹ ਐਕਚੁਅਲੀ ਟ੍ਰਾਂਸਫਰ ਨਹੀਂ ਹੁੰਦੇ, ਸਿਰਫ ਹੀਟ ਟ੍ਰਾਂਸਫਰ ਹੁੰਦੀ ਹੈ ਇੱਕ ਐਂਡ ਤੋਂ ਦੂਸਰੇ ਐਂਡ ਤੱਕ। ਕਿੱਧਰੋਂ ਕਿੱਧਰ ਟਰੈਵਲ ਕਰਦੀ ਹੈ? ਹਾਇਰ ਟੈਂਪਰੇਚਰ ਟੂ ਲੋ ਟੈਂਪਰੇਚਰ। ਹੁਣ ਟ੍ਰਾਂਸਫਰ ਆਫ ਹੀਟ ਇਨ ਦੀ ਸੋਲਿਡ ਇਜ਼ ਬਾਈ ਦੀ ਪ੍ਰੋਸੈਸ ਆਫ ਕੰਡਕਸ਼ਨ ਓਨਲੀ। ਜਦੋਂ ਆਪਾਂ ਸੋਲਿਡਸ ਦੇ ਵਿੱਚ ਗੱਲ ਕਰਦੇ ਹਾਂ ਤਾਂ ਕਿਹੜੇ ਪ੍ਰੋਸੈਸ ਦੇ ਦੁਆਰਾ ਹੁੰਦੀ ਹੈ ਹੀਟ ਟ੍ਰਾਂਸਫਰ? ਬਾਏ ਕੰਡਕਸ਼ਨ, ਠੀਕ ਹੈ। ਹੁਣ ਦੇਖੋ ਇਹਦੇ ਨਾਲ ਹੀ ਆਪਾਂ ਅੱਗੇ ਦੇਖਦੇ ਹਾਂ ਥਰਮਲ ਕੰਡਕਟਿਵਿਟੀ। ਸੋਲਿਡ ਦੇ ਵਿੱਚ ਹੀਟ ਟ੍ਰਾਂਸਫਰ ਹੋ ਰਹੀ ਹੈ। ਇਹ ਹੌਟ ਫੇਸ ਹੈ, ਹਾਇਰ ਟੈਂਪਰੇਚਰ ਹੈ, ਲੋਅਰ ਟੈਂਪਰੇਚਰ ਹੈ T2 ਤੇ। ਹਾਇਰ ਟੈਂਪਰੇਚਰ ਟੂ ਲੋਅਰ ਟੈਂਪਰੇਚਰ ਹੀਟ ਟ੍ਰਾਂਸਫਰ ਹੋ ਰਹੀ ਹੈ ਕਿਸੇ ਸੋਲਿਡ ਦੇ ਵਿੱਚ, ਠੀਕ ਹੈ। ਇਸ ਸੋਲਿਡ ਨੂੰ ਆਪਾਂ ਕਿਊਬ ਸ਼ੇਪ ਦਾ ਲੈ ਲਿਆ, ਜਿਹਦੀ ਇੱਕ ਐਂਡ ਤੋਂ ਦੂਸਰੇ ਐਂਡ ਤੱਕ ਦੀ ਡਿਸਟੈਂਸ ਕਿੰਨੀ ਹੈ? D, ਠੀਕ ਹੈ। ਤੇ ਆਹ ਵਾਲੇ ਫੇਸਿਸ ਦਾ ਜਿਹੜਾ ਹੈ ਏਰੀਆ ਕਿੰਨਾ ਲੈ ਲਿਆ ਆਪਾਂ? A, ਠੀਕ ਹੈ। ਤਾਂ ਜਿਹੜੀ ਅਮਾਊਂਟ ਆਫ ਹੀਟ ਇੱਕ ਐਂਡ ਤੋਂ ਦੂਸਰੇ ਐਂਡ ਤੱਕ ਟ੍ਰਾਂਸਫਰ ਹੋਏਗੀ ਉਹ ਕਿਹੜੇ-ਕਿਹੜੇ ਫੈਕਟਰਸ ਤੇ ਡਿਪੈਂਡ ਕਰੇਗੀ, ਆਪਾਂ ਉਹ ਦੇਖਦੇ ਹਾਂ। ਫਸਟ ਹੈ, ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਏਰੀਆ ਆਫ ਕ੍ਰੋਸ ਸੈਕਸ਼ਨ A ਆਫ ਦੀ ਫੇਸਿਸ, ਦੈਟ ਇਜ਼ Q ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ A। ਦੇਖੋ ਜਿੰਨਾ ਬੜਾ ਏਰੀਆ ਹੋਏਗਾ, A ਜਿੰਨਾ ਜ਼ਿਆਦਾ ਹੋਏਗਾ ਉਨੀ ਹੀ ਹੀਟ ਜ਼ਿਆਦਾ ਹੋਏਗੀ ਉਸ ਐਂਡ ਤੇ ਉਨੇ ਹੀ ਹੀਟ ਟ੍ਰਾਂਸਫਰ, ਜਿੰਨੀ ਇੱਕ ਐਂਡ ਤੇ ਹੀਟ ਜ਼ਿਆਦਾ ਹੋਏਗੀ ਉਨੀ ਹੀ ਹੀਟ ਟ੍ਰਾਂਸਫਰ ਵੀ ਕੀ ਹੋਏਗੀ? ਜ਼ਿਆਦਾ ਹੋਏਗੀ, ਠੀਕ ਹੈ। ਪਹਿਲਾਂ ਤਾਂ ਕਿਸ ਫੈਕਟਰ ਤੇ ਡਿਪੈਂਡ ਕਰਦਾ ਹੈ? ਏਰੀਏ ਤੇ। ਦੂਸਰਾ, ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਟੈਂਪਰੇਚਰ ਡਿਫਰੈਂਸ ਬਿਟਵੀਨ ਦੀ ਟੂ ਫੇਸਿਸ। ਜਿੰਨਾ ਦੋਨਾਂ ਟੈਂਪਰੇਚਰ ਡਿਫਰੈਂਸ ਹੈ ਦੋਨਾਂ ਫੇਸਿਸ ਦੇ ਵਿੱਚ, ਠੀਕ ਹੈ। Q ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ T1 ਮਾਈਨਸ T2। ਥਰਡ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ? ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਟਾਈਮ ਫॉर ਵਿਚ ਦੀ ਹੀਟ ਫਲੋਜ਼। ਮਤਲਬ ਆਪਾਂ ਥੋੜੇ ਟਾਈਮ ਬਾਅਦ ਦੇਖੀਏ ਆਹ ਵਾਲਾ ਐਂਡ ਘੱਟ ਗਰਮ ਹੋਇਆ ਹੋਊਗਾ ਹੈ ਨਾ, ਕਾਫੀ ਦੇਰ ਬਾਅਦ ਦੇਖੀਏ, ਕਾਫੀ ਟਾਈਮ ਬਾਅਦ ਦੇਖੀਏ ਫਿਰ ਇਹ ਵਾਲਾ ਐਂਡ ਕੀ ਹੋਏਗਾ? ਗਰਮ ਹੋਇਆ ਹੋਊਗਾ। ਇਹਦਾ ਮਤਲਬ ਟਾਈਮ ਦੇ ਨਾਲ ਹੀਟ ਟ੍ਰਾਂਸਫਰ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਤੇ ਫੋਰਥ ਕੀ ਹੈ? ਇਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦੀ thickness D of the slab and distance between the hot and cold face। ਹੁਣ ਦੇਖੋ ਜਿੰਨਾ ਦੂਰ ਹੀਟ ਨੂੰ ਟ੍ਰਾਂਸਫਰ ਹੋਣਾ ਪਊਗਾ ਹੈ ਨਾ, ਜਿੰਨੀ ਜ਼ਿਆਦਾ ਡਿਸਟੈਂਸ ਹੋਏਗੀ ਉਨੀ ਹੀ ਹੀਟ ਟ੍ਰਾਂਸਫਰ ਘੱਟ ਹੋਏਗੀ। ਦੇਖੋ ਰਸਤੇ ਦੇ ਵਿੱਚ ਲਾਸ ਹੋਈ ਜਾਏਗੀ ਨਾ, ਜਿੰਨਾ ਇਹ ਬੜਾ ਹੋਏਗਾ, ਜਿੰਨਾ ਇਹਨਾਂ ਦੋਨਾਂ ਫੇਸਿਸ ਦੇ ਵਿੱਚ ਡਿਸਟੈਂਸ ਹੋਏਗੀ। ਇਸ ਲਈ Q ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ D।
ਤਾਂ ਇਹਨਾਂ ਸਾਰੇ ਫੈਕਟਰਸ ਨੂੰ ਕੰਬਾਈਨ ਕਰਕੇ ਆਪਾਂ ਨੇ ਕੀ ਬਣਾਇਆ, Q is directly proportional to A T1 minus T2 into T by D। proportionality साइन हटा के लगाता कांस्टेंट K, it is known as coefficient of thermal conductivity। ਹੁਣ ਆਪਾਂ ਥਰਮਲ ਕੰਡਕਟਿਵਿਟੀ ਨੂੰ ਡਿਫਾਈਨ ਕਰਨਾ ਚਾਹੁੰਦੇ ਹਾਂ। ਦੇਖੋ ਕਿਵੇਂ ਕਰਾਂਗੇ, ਇਸੇ ਫਾਰਮੂਲੇ ਦੇ ਵਿੱਚ ਇਹਦੇ ਵਿੱਚ A 1 ਲੈ ਲਿਆ, D ਦੀ ਵੈਲਿਊ ਵੀ 1 ਲੈ ਲਈ, ਟਾਈਮ ਵੀ 1 ਲੈ ਲਿਆ, ਟੈਂਪਰੇਚਰ ਡਿਫਰੈਂਸ ਵੀ ਕਿੰਨਾ ਲੈ ਲਿਆ 1। ਜਦੋਂ ਇਹ ਸਾਰੀਆਂ ਵੈਲਿਊਜ਼ 1 ਪੁੱਟ ਕਰਦੀਆਂ ਤਾਂ ਥਰਮਲ ਕੰਡਕਟਿਵਿਟੀ ਕਾਹਦੇ ਇਕੁਅਲ ਆ ਜਾਏਗੀ, ਹੀਟ ਦੇ। ਠੀਕ ਹੈ, ਤਾਂ ਕੋਫੀਸ਼ੀਐਂਟ ਆਫ ਥਰਮਲ ਕੰਡਕਟਿਵਿਟੀ ਇਜ਼ ਡਿਫਾਈਨਡ ਐਜ਼, ਕਾਹਦੇ ਬਰਾਬਰ ਹੈ, ਡਿਫਾਈਨਡ ਐਜ਼ ਕੁਆਂਟਿਟੀ ਆਫ ਹੀਟ એનર્ਜੀ। ਹੀਟ એનર્ਜੀ ਕਿੱਥੋਂ ਕਿੱਥੇ ਫਲੋ ਕਰ ਰਹੀ ਹੈ, ਕਿੰਨੇ ਟਾਈਮ ਦੇ ਵਿੱਚ, ਯੂਨਿਟ ਟਾਈਮ ਦੇ ਵਿੱਚ, ਬਿਟਵੀਨ ਦੀ ਆਪੋਜ਼ਿਟ ਫੇਸਿਸ ਇਨ ਅ ਕਿਊਬ, ਜਿਹਦਾ ਏਰੀਆ ਕਿੰਨਾ ਹੈ, ਯੂਨਿਟ ਏਰੀਆ, ਕੈਪਟ ਐਟ ਕਿੰਨਾ ਡਿਫਰੈਂਸ ਹੈ ਟੈਂਪਰੇਚਰ ਦਾ, 1 ਡਿਗਰੀ ਡਿਫਰੈਂਸ ਆਫ ਟੈਂਪਰੇਚਰ। ਕਲੀਅਰ, ਜਦੋਂ ਆ ਵੀ 1 ਹੋਵੇ, ਇਹ ਵੀ 1, ਡੀ ਵੀ 1, ਏਰੀਆ ਵੀ 1, ਤਾਂ ਕਿਊ ਥਰਮਲ ਜਿਹੜੀ ਟ੍ਰਾਂਸਫਰ ਆਫ ਹੀਟ ਹੈ ਕਿਊ, ਉਹ ਕਾਹਦੇ ਇਕੁਅਲ ਹੋਏਗੀ, ਕੋਫੀਸ਼ੀਐਂਟ ਆਫ ਥਰਮਲ ਕੰਡਕਟਿਵਿਟੀ ਤੇ। ਕਲੀਅਰ। ਅੱਛਾ, ਜੇ ਸਮਾਲ ਹੀਟ ਟ੍ਰਾਂਸਫਰ ਹੋ ਰਹੀ ਹੈ ਤਾਂ ਕਿਊ ਦੀ ਜਗ੍ਹਾ ਤੇ ਆਪਾਂ ਡੀ ਕਿਊ ਲਿਖ ਸਕਦੇ ਹਾਂ, ਕੇ ਏ T1 ਮਾਈਨਸ T2, ਟਾਈਮ ਕੀ ਲੈ ਲਿਆ ਆਪਾਂ, dt, dt ਇਹਦੇ ਨੀਚੇ ਆ ਗਿਆ ਤਾਂ dq ਬਾਏ dt। ਇਹਨੂੰ ਆਪਾਂ ਕੀ ਕਹਿ ਸਕਦੇ ਹਾਂ, dq ਬਾਏ dt, ਜਦੋਂ ਟਾਈਮ ਦੇ ਨਾਲ ਰੇਟ ਆਫ ਫਲੋ ਆਫ ਹੀਟ, ਰੇਟ ਆਫ ਫਲੋ ਆਫ ਹੀਟ, ਕਿੰਨੇ ਟਾਈਮ ਦੇ ਵਿੱਚ ਕਿੰਨੀ ਹੀਟ ਫਲੋ ਕਰ ਰਹੀ ਹੈ, ਕਾਹਦੇ ਬਰਾਬਰ ਹੈ, ਕੇ ਏ T1 ਮਾਈਨਸ T2 ਓਵਰ ਡੀ। ਹੁਣ T1 ਮਾਈਨਸ T2 ਸਮਾਲ ਟੈਂਪਰੇਚਰ, ਇਹਨੂੰ ਵੀ T1 ਮਾਈਨਸ T2 ਨੂੰ ਕੀ ਲਿਖ ਲਿਆ, dt। डिस्टेंस ਨੂੰ ਆਪਾਂ ਕੀ ਲਿਖ ਲਿਆ, ਸਮਾਲ ਡਿਸਟੈਂਸ ਲੈ ਲਿਆ ਤਾਂ ਇਹਨੂੰ ਵੀ ਕੀ ਲਿਖ ਲਿਆ, dx। ਤਾਂ ਇਹਨੂੰ ਸਾਰੇ ਨੂੰ ਕਾਹਦੇ ਨਾਲ ਰਿਪਲੇਸ ਕਰਤਾ, dt ਬਾਏ dx ਨਾਲ। ਇਹਨੂੰ ਆਪਾਂ ਕੀ ਬੋਲਦੇ ਆ ਰਾਜੇ, ਇਹ ਆਪਾਂ ਪਹਿਲਾਂ ਵੀ ਕੀਤਾ ਸੀ ਜਦੋਂ ਆਪਾਂ ਕੋਫੀਸ਼ੀਐਂਟ ਆਫ ਵਿਸਕੋਸਿਟੀ ਦੇਖੀ ਸੀ, ਕਿ ਜਦੋਂ ਆਪਾਂ ਡਿਸਟੈਂਸ ਦੇ ਨਾਲ ਚੇਂਜ ਦੇਖੀਏ ਉਹਨੂੰ ਆਪਾਂ ਕੀ ਬੋਲਦੇ ਆ, ਗ੍ਰੇਡੀਐਂਟ। ਤੇ ਕਿਹਦਾ ਚੇਂਜ ਦੇਖ ਰਹੇ ਹਾਂ, ਟੈਂਪਰੇਚਰ ਦਾ, ਇਸ ਲਈ ਇਹਨੂੰ ਬੋਲਾਂਗੇ ਆਪਾਂ ਟੈਂਪਰੇਚਰ ਗ੍ਰੇਡੀਐਂਟ। ਦੈਨ dq ਬਾਏ dt ਕਾਹਦੇ ਇਕੁਅਲ ਹੋ ਜਾਏਗਾ, ਕੇ ਏ dt ਓਵਰ dx। ਹੁਣ ਇੱਥੇ ਮਾਈਨਸ ਸਾਈਨ ਕਿਉਂ ਲਗਾਇਆ ਹੈ, ਮਾਈਨਸ ਸਾਈਨ ਕੀ ਸ਼ੋ ਕਰਦਾ, ਨੈਗੇਟਿਵ ਸਾਈਨ ਸ਼ੋਜ਼ ਦੈਟ ਹੀਟ ਫਲੋਜ਼ ਇਨ ਦੀ ਆਪੋਜ਼ਿਟ ਡਾਇਰੈਕਸ਼ਨ ਇਨ ਵਿਚ ਟੈਂਪਰੇਚਰ ਗ੍ਰੇਡੀਐਂਟ ਇਨਕਰੀਜ਼ਸ। ਠੀਕ ਹੈ, ਤਾਂ ਜਿਹੜੀ ਹੀਟ ਫਲੋ ਹੈ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੁੰਦੀ ਹੈ, ਜਿੱਧਰ ਨੂੰ ਟੈਂਪਰੇਚਰ ਗ੍ਰੇਡੀਐਂਟ ਕੀ ਕਰੇਗਾ, ਇਨਕਰੀਜ਼ ਕਰੇਗਾ। ਠੀਕ ਹੈ, ਫਿਰ ਆਪਾਂ ਨੈਕਸਟ ਕੀਤਾ ਕਨਵੈਕਸ਼ਨ। ਠੀਕ ਹੈ, ਇਹ ਸੈਕਿੰਡ ਟ੍ਰਾਂਸਫਰ ਆਫ ਹੀਟ ਦਾ ਮੋਡ ਹੈ। ਇਟ ਇਜ਼ ਦ ਪ੍ਰੋਸੈਸ ਬਾਈ ਵਿਚ ਹੀਟ ਇਜ਼ ਟ੍ਰਾਂਸਮਿਟਡ ਥਰੂ ਅ ਸਬਸਟੈਂਸ ਫਰੋਮ ਵਨ ਪੁਆਇੰਟ ਟੂ ਅਨਦਰ ਡਿਊ ਟੂ ਬੋਡੀਲੀ ਮੋਸ਼ਨ ਆਫ ਹੀਟਡ ਪਾਰਟੀਕਲ ਆਫ ਸਬਸਟੈਂਸ। ਤਾਂ ਇਹਦੇ ਵਿੱਚ ਕੀ ਹੁੰਦਾ, ਇਹ ਵੀ ਕਿਸੇ ਸਬਸਟੈਂਸ ਦੇ ਥਰੂ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਹੀਟ ਟ੍ਰਾਂਸਫਰ ਹੋ ਰਹੀ ਹੈ, ਬਟ ਡਿਊ ਟੂ ਬੋਡੀਲੀ ਮੋਸ਼ਨ ਆਫ ਹੀਟਡ ਪਾਰਟੀਕਲ। ਮਤਲਬ ਇਹਦੇ ਵਿੱਚ ਪਾਰਟੀਕਲਸ ਮੂਵ ਕਰਦੇ ਆ। ਕੰਡਕਸ਼ਨ ਦੇ ਵਿੱਚ ਪਾਰਟੀਕਲ ਮੂਵ ਨਹੀਂ ਕਰਦੇ ਸੀ, ਕਨਵੈਕਸ਼ਨ ਦੇ ਵਿੱਚ ਪਾਰਟੀਕਲ ਮੂਵ ਕਰਦੇ। ਜਿਵੇਂ ਹਵਾ ਜਦੋਂ ਫਲੋ ਕਰਦੀ ਹੈ ਹਨਾ, ਇੱਕ ਥਾਂ ਤੋਂ ਦੂਜੇ ਥਾਂ ਤੱਕ, ਚਾਹੇ ਗਰਮੀਆਂ ਦੇ ਵਿੱਚ ਫਲੋ ਕਰ ਰਹੀ ਹੈ ਹਨਾ, ਜਿਵੇਂ ਪ੍ਰੈਸ਼ਰ ਡਿਫਰੈਂਸ ਜਦੋਂ ਚੇਂਜ ਹੁੰਦਾ ਉਦੋਂ ਹਵਾ ਦਾ ਡਾਇਰੈਕਸ਼ਨ ਵੀ ਚੇਂਜ ਹੋ ਜਾਂਦੀ ਹੈ ਹਨਾ, ਤਾਂ ਹਵਾ ਦੇ ਨਾਲ ਪਾਰਟੀਕਲਸ ਵੀ ਤਾਂ ਮੂਵ ਕਰ ਰਹੇ ਨੇ, ਤਾਂ ਉਹ ਮੋਡ ਕੀ ਹੈ, ਕਨਵੈਕਸ਼ਨ ਦਾ ਮੋਡ ਹੈ। ਠੀਕ ਹੈ, ਦ fluids ਕੀ ਆ ਜਾਊਗਾ, liquid and gases are heated by this process. The currents set up in the heated process are called convection currents. ਠੀਕ ਹੈ, ਉਹਨਾਂ ਨੂੰ ਕੀ ਬੋਲਦੇ ਆ, convection currents ਬੋਲਦੇ ਆ। ਹੁਣ ਰਾਜੇ ਜਿਹੜੀਆਂ ਸੀ ਬਰੀਜ਼ ਹੁੰਦੀਆਂ ਨੇ ਜਾਂ ਲੈਂਡ ਬਰੀਜ਼ ਹੁੰਦੀਆਂ ਨੇ ਹਨਾ, ਸਮੁੰਦਰ ਤੋਂ ਧਰਤੀ ਵੱਲ ਨੂੰ ਚੱਲ ਰਹੀਆਂ ਹਵਾਵਾਂ ਜਾਂ ਧਰਤੀ ਤੋਂ ਸਮੁੰਦਰ ਵੱਲ ਨੂੰ ਚੱਲ ਰਹੀਆਂ ਹਵਾਵਾਂ ਹਨਾ, ਇਹ ਟੈਂਪਰੇਚਰ ਡਿਫਰੈਂਸ ਕਰਕੇ ਹੀ ਤਾਂ ਚੱਲਦੀਆਂ ਨੇ। ਠੀਕ ਹੈ, ਤਾਂ ਟੈਂਪਰੇਚਰ ਡਿਫਰੈਂਸ ਦੇ ਵਿੱਚ ਫਿਰ ਜਦੋਂ ਹਵਾ ਮੂਵ ਕਰਦੀ ਹੈ, ਫਲੋ ਕਰਦੀ ਹੈ, ਪਾਰਟੀਕਲਸ ਵੀ ਉਹਦੇ ਨਾਲ ਮੂਵ ਕਰਨਗੇ, ਤਾਂ ਉਹ ਵੇ ਕੀ ਹੋਊਗਾ, ਕਨਵੈਕਸ਼ਨ। ਠੀਕ ਹੈ, ਜਦੋਂ ਹਵਾ ਫਲੋ ਕਰੇਗੀ ਉਹਨੂੰ ਆਪਾਂ ਕੀ ਬੋਲਦੇ ਹਾਂ, ਕਰੰਟ ਸੈਟਅਪ। ਕਰੰਟ ਦੂਜਾ ਇਲੈਕਟ੍ਰਿਸਿਟੀ ਵਾਲਾ ਕਰੰਟ ਨਹੀਂ ਕਹਿ ਸਕਦੇ ਆਪਾਂ, ਇੱਥੇ ਵਿੰਡ ਕਰੰਟ ਕਹਿ ਸਕਦੇ ਹਾਂ ਆਪਾਂ ਉਹਨੂੰ, ਵੀ ਹਵਾ ਮੂਵ ਕਰ ਰਹੀ ਹੈ। ਠੀਕ ਹੈ, ਤੇ ਇਹਨੂੰ ਕੀ ਬੋਲਦੇ ਹਾਂ ਆਪਾਂ, ਕਨਵੈਕਸ਼ਨ ਕਰੰਟ, ਕਿਉਂਕਿ ਕਿਹੜੇ ਮੋਡ ਆਫ ਟ੍ਰਾਂਸਫਰ ਆਫ ਹੀਟ ਦੇ ਨਾਲ ਵਿੰਡ ਫਲੋ ਕਰਦੀ ਹੈ, ਕਨਵੈਕਸ਼ਨ ਦੇ ਨਾਲ। ਕਲੀਅਰ।
ਹੁਣ ਇਹਦੇ ਨਾਲ ਹੀ ਆਪਾਂ ਕੀ ਕਰਨਾ ਹੈ, ਨਿਊਟਨਸ ਲਾਅ ਆਫ ਕੂਲਿੰਗ। ਨਿਊਟਨ ਲਾਅ ਆਫ ਕੂਲਿੰਗ ਕੀ ਕਹਿੰਦਾ ਹੈ, ਦਿਸ ਲਾਅ ਸਟੇਟਸ ਦੈਟ ਰੇਟ ਆਫ ਕੂਲਿੰਗ, ਮਤਲਬ ਕੋਈ ਚੀਜ਼ ਕਿੰਨੀ ਛੇਤੀ ਕਿੰਨੇ ਟਾਈਮ ਦੇ ਵਿੱਚ ਠੰਡੀ ਹੋ ਰਹੀ ਹੈ ਆਫ ਅ ਬੋਡੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਟੈਂਪਰੇਚਰ ਡਿਫਰੈਂਸ ਬਿਟਵੀਨ ਦੀ ਬੋਡੀ। ਦੇਖੋ ਆਪਾਂ ਜਿਹੜੀ ਪਹਿਲਾਂ ਕੀਤਾ ਸੀ, ਜਿਹੜੀ ਕਿਊ ਹੈ ਕਿ ਇਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਸੀ ਟੈਂਪਰੇਚਰ ਡਿਫਰੈਂਸ ਦੇ, ਹੈ ਨਾ। ਜਦੋਂ ਇੱਕ ਥਾਂ ਤੋਂ ਦੂਸਰੀ, ਇੱਥੇ ਸੀ ਨਾ ਹਾਇਰ ਟੈਂਪਰੇਚਰ ਟੂ ਲੋਅਰ ਟੈਂਪਰੇਚਰ ਜਾ ਰਹੀ ਸੀ, ਇੱਥੋਂ ਇੱਥੇ ਹੀਟ ਜਾ ਰਹੀ ਹੈ, ਤਾਂ ਜਿਹੜਾ ਇਹ ਵਾਲਾ ਕੋਲਡ ਫੇਸ ਸੀ, ਜਿਹੜਾ ਕੋਲਡ ਐਂਡ ਸੀ, ਉਹ ਹੌਲੀ ਹੌਲੀ ਗਰਮ ਹੁੰਦਾ ਜਾਊਗਾ। ਬਟ ਜਿਹੜਾ ਹੀਟਡ ਐਂਡ ਸੀ, ਜਿਹਦੇ ਕੋਲ ਹੀਟ ਸੀ, ਜਦੋਂ ਉਹ ਹੀਟ ਦੂਸਰੇ ਐਂਡ ਨੂੰ ਦੇਈ ਜਾ ਰਿਹਾ ਤਾਂ ਇਹਦੀ ਵੀ ਤਾਂ ਹੀਟ ਘਟੀ ਜਾਊਗੀ, ਤਾਂ ਇਹਦਾ ਮਤਲਬ ਇਹ ਕੀ ਹੋ ਰਿਹਾ, ਕੂਲ ਹੋ ਰਿਹਾ, ਠੀਕ ਹੈ। ਤਾਂ ਹੁਣ ਜੇ ਫਲੋ ਆਫ ਹੀਟ ਕਾਹਦੇ ਤੇ ਡਿਪੈਂਡ ਸੀ, ਟੈਂਪਰੇਚਰ ਡਿਫਰੈਂਸ ਤੇ, ਤਾਂ ਰੇਟ ਆਫ ਕੂਲਿੰਗ ਕਿੰਨੀ ਛੇਤੀ ਇਹ ਠੰਡਾ ਹੋਏਗਾ, ਕੂਲ ਹੋਏਗਾ, ਉਹ ਵੀ ਕਾਹਦੇ ਤੇ ਡਿਪੈਂਡ ਹੋਏਗਾ, ਟੈਂਪਰੇਚਰ ਡਿਫਰੈਂਸ ਬਿਟਵੀਨ ਦੀ ਬੋਡੀ ਐਂਡ ਸਰਾਊਂਡਿੰਗ। ਇੱਥੇ ਆਪਾਂ ਬੋਡੀ ਤੇ ਸਰਾਊਂਡਿੰਗ ਕਿਉਂ ਲੈ ਰਹੇ ਹਾਂ, ਮੰਨ ਲਓ ਆਪਾਂ ਪਾਣੀ ਦਾ ਗਲਾਸ ਗਰਮ ਕਰਕੇ ਰੱਖਤਾ ਐਜ਼ ਇਟ ਇਜ਼, ਠੀਕ ਹੈ, ਥੋੜੀ ਦੇਰ ਬਾਅਦ ਦੇਖਾਂਗੇ ਪਾਣੀ ਠੰਡਾ ਹੋ ਜਾਂਦਾ ਨਾ, ਹੈ ਨਾ, ਤਾਂ ਉਹਦੀ ਹੀਟ ਕਿੱਧਰ ਨੂੰ ਟ੍ਰਾਂਸਫਰ ਹੋਈ, ਕਿੱਧਰ ਨੂੰ ਜਾਂਦੀ, ਉਹ ਸਰਾਊਂਡਿੰਗਸ ਵੱਲ ਨੂੰ, ਠੀਕ ਹੈ। ਤਾਂ ਕਿਹਦੇ ਤੇ ਡਿਪੈਂਡ ਕਰੇਗਾ, ਰੇਟ ਆਫ ਕੂਲਿੰਗ ਟੈਂਪਰੇਚਰ ਡਿਫਰੈਂਸ ਤੇ। ਜਦੋਂ ਆਪਾਂ ਦੋ ਬੋਡੀਜ਼ ਕਿਹੜੀ ਲੈਣੀ, ਇੱਕ ਤਾਂ ਬੋਡੀ ਲੈ ਲਈ ਤੇ ਦੂਸਰਾ ਕੀ ਲੈਣਾ, ਐਂਡ ਸਰਾਊਂਡਿੰਗ ਲੈਣਾ, ਪ੍ਰੋਵਾਈਡਡ ਟੈਂਪਰੇਚਰ ਡਿਫਰੈਂਸ ਇਜ਼ ਸਮਾਲ। ਤੇ ਇਹ ਕੰਡੀਸ਼ਨ ਇਹ ਲਾਈ ਗਈ ਸੀ ਨਾਲ ਕਿ ਟੈਂਪਰੇਚਰ ਡਿਫਰੈਂਸ ਕੀ ਹੋਣਾ ਚਾਹੀਦਾ, ਸਮਾਲ ਹੋਣਾ ਚਾਹੀਦਾ। ਹੁਣ ਦੇਖੋ ਰਾਜੇ, ਆਪਾਂ ਟੈਂਪਰੇਚਰ ਡਿਫਰੈਂਸ ਬੋਡੀ ਤੇ ਸਰਾਊਂਡਿੰਗ ਦਾ ਲੈ ਲਿਆ T minus T0, ਠੀਕ ਹੈ। ਇਫ ਦਾ ਬੋਡੀ ਲੂਜ਼ਸ dq ਹੀਟ ਇਨ ਟਾਈਮ dt, ਤਾਂ ਰੇਟ ਆਫ ਲਾਸ ਆਫ ਹੀਟ ਕਿਵੇਂ ਲਿਖਿਆ ਜਾਂਦਾ ਹੈ, dq/dt, ਇਹ ਦੱਸੂਗਾ ਰੇਟ ਆਫ ਹੀਟ, ਹੈ ਨਾ, ਜਾਂ ਰੇਟ ਆਫ ਫਲੋ ਆਫ ਹੀਟ। ਬਟ ਇੱਥੇ ਨੈਗੇਟਿਵ ਸਾਈਨ ਕੀ ਦੱਸੂਗਾ ਕਿ ਜਿਹੜੀ ਉਹ ਹੀਟ ਹੈ ਉਹ ਡਿਕਰੀਜ਼ ਕਰ ਰਹੀ ਹੈ, ਤਾਂ ਰੇਟ ਆਫ ਲਾਸ ਆਫ ਹੀਟ, ਠੀਕ ਹੈ। ਅਕੋਰਡਿੰਗ ਟੂ ਨਿਊਟਨ ਲਾਅ ਆਫ ਕੂਲਿੰਗ, ਨਿਊਟਨ ਨੇ ਕੀ ਕਿਹਾ ਵੀ ਜਿਹੜੀ ਇਹ ਰੇਟ ਆਫ ਲਾਸ ਆਫ ਹੀਟ ਹੈ ਜਾਂ ਰੇਟ ਆਫ ਕੂਲਿੰਗ ਹੈ, ਕਾਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, T minus T0 ਤੇ। ਹੁਣ ਤਾਂ ਮਾਈਨਸ dq/dt ਕਾਹਦੇ ਇਕੁਅਲ ਹੋ ਗਿਆ, ਪ੍ਰੋਪੋਰਸ਼ਨੈਲਿਟੀ ਸਾਈਨ ਹਟਾ ਕੇ ਇੱਥੇ ਕੌਨਸਟੈਂਟ ਲਗਾਤਾ k। ਹੁਣ ਆਪਾਂ ਪਹਿਲਾਂ ਸਪੈਸੀਫਿਕ ਹੀਟ ਦੀ ਫਾਰਮੂਲਾ ਪੜ੍ਹਿਆ ਸੀ, ਤਾਂ dq ਕਾਹਦੇ ਬਰਾਬਰ ਹੁੰਦਾ, mc/dt। ਪਿੱਛੇ ਰੱਜੇ ਜਿਹੜੀਆਂ ਡੈਫੀਨੇਸ਼ਨਸ ਲਿਖੀਆਂ ਸੀ ਆਪਾਂ ਸਪੈਸੀਫਿਕ ਹੀਟ ਦੀਆਂ, ਉਹਦੇ ਵਿੱਚੋਂ ਇੱਕ ਵਾਰ ਇਹਨੂੰ ਰਿਵਾਈਜ਼ ਕਰ ਲੈਣਾ। ਹੁਣ ਦੇਖੋ ਇਹੀ ਜਿਹੜੀ ਆਪਾਂ ਲਿਖਿਆ ਹੁਣ ਪਿੱਛੇ dq is equals to mc/dt, ਇਹ ਲਿਖਤੇ, ਇਹਨੂੰ ਆਪਾਂ ਰੇਟ ਆਫ ਚੇਂਜ ਆਫ ਹੀਟ ਦੇ ਨਾਲ ਕਰਨਾ। ਜਦੋਂ ਰੇਟ ਵਰਡ ਆ ਗਏ ਤਾਂ ਇਹਦਾ ਮਤਲਬ ਇਸ ਇਕੁਏਸ਼ਨ ਨੂੰ ਆਪਾਂ ਨੂੰ ਟਾਈਮ ਦੇ ਨਾਲ ਡਿਵਾਈਡ ਕਰਨਾ ਪੈਣਾ। ਟਾਈਮ ਨਾਲ ਡਿਵਾਈਡ ਕਰਤਾ ਦੋਨੋਂ ਸਾਈਡ ਤੇ, ਇਹ ਕੀ ਬਣ ਗਿਆ, ਰੇਟ ਆਫ ਚੇਂਜ ਆਫ ਹੀਟ। ਹੁਣ ਇੱਥੇ ਮਾਈਨਸ ਸਾਈਨ ਨਹੀਂ ਹੈਗਾ, ਇਸ ਲਈ ਆਪਾਂ ਰੇਟ ਆਫ ਲਾਸ ਆਫ ਹੀਟ ਨਹੀਂ ਕਹਿ ਸਕਦੇ। ਆ ਇਕੁਏਸ਼ਨ ਤੋਂ ਵੀ dq/dt ਮਿਲ ਰਹੀ ਹੈ ਆਪਾਂ ਨੂੰ, ਜਿਹੜੀ ਕਾਹਦੇ ਬਰਾਬਰ ਹੈ, mc/dt ਦੇ। ਇੱਕ ਆ ਇਕੁਏਸ਼ਨ ਸੀ, ਇਹਦੇ ਵਿੱਚ ਵੀ ਆਪਾਂ ਨੂੰ dq/dt ਮਿਲ ਰਹੀ ਸੀ, ਬਸ ਮਾਈਨਸ ਸਾਈਨ ਹੈ, ਮਾਈਨਸ ਸਾਈਨ ਨੂੰ ਤਾਂ ਇੱਧਰ ਵੀ ਲੈ ਕੇ ਆ ਸਕਦੇ ਹਾਂ ਆਪਾਂ। ਇਹ ਕਾਹਦੇ ਬਰਾਬਰ ਹੈ, k T minus T0 ਦੇ, ਠੀਕ ਹੈ। ਤਾਂ ਦੋਨੋਂ ਇਕੁਏਸ਼ਨ ਆਪਾਂ ਕੰਬਾਈਨ ਕਰਕੇ ਆਪਣੇ ਕੋਲ ਆ ਵੈਲਿਊ ਆ ਜੂਗੀ, ਠੀਕ ਹੈ। ਹੁਣ m ਵੀ ਕਾਂਸਟੈਂਟ ਹੈ, c ਵੀ ਕਾਂਸਟੈਂਟ ਹੈ, ਇਹਨੂੰ ਇਹਦੇ ਨੀਚੇ ਲਿਆਏ, ਠੀਕ ਹੈ। ਇਹ ਸਾਰਾ ਕਾਂਸਟੈਂਟ ਹੋ ਗਿਆ, ਇਸ ਸਾਰੇ ਕਾਂਸਟੈਂਟ ਨੂੰ ਆਪਾਂ ਕਾਹਦੇ ਨਾਲ ਰਿਪਲੇਸ ਕਰਤਾ, ਸਮਾਲ k ਦੇ ਨਾਲ। ਤਾਂ dt/dt, ਇੱਥੇ ਧਿਆਨ ਰੱਖਣਾ ਕੈਪੀਟਲ T ਟੈਂਪਰੇਚਰ, ਸਮਾਲ t ਟਾਈਮ ਹੈ, k T minus T0 ਦੇ, ਠੀਕ ਹੈ। ਹੁਣ ਰਜੇ ਆਪਾਂ ਟੈਂਪਰੇਚਰ ਵਾਲੇ ਸਾਰੇ ਇੱਕ ਸਾਈਡ ਤੇ, ਆ ਵੀ ਟੈਂਪਰੇਚਰ ਸੀ, ਆ ਵੀ ਟੈਂਪਰੇਚਰ ਹੈ, ਆ T minus T0 ਨੀਚੇ ਲਿਆਏ, ਆ dt ਟਾਈਮ ਹੈ, ਇਹਨੂੰ ਇੱਧਰ ਲਿਆਏ। ਹੁਣ ਦੇਖੋ ਰਜੇ ਇਹਨੂੰ ਆਪਾਂ ਨੂੰ ਕਿਵੇਂ ਕੱਢਣਾ ਪੈਣਾ ਹੈ, ਬਾਈ ਇੰਟੀਗ੍ਰੇਟਿੰਗ ਬੋਥ ਸਾਈਡ। ਹੁਣ ਇੰਟੀਗ੍ਰੇਸ਼ਨ 'ਚ ਨਾ ਇੱਕ ਫਾਰਮੂਲਾ ਮੈਂ ਦੱਸਦੀ ਹਾਂ, ਜੇ ਇੱਦਾਂ ਹੋਵੇ dx/x, ਹੈ ਨਾ, ਇਹ x ਨੀਚੇ ਹੋਵੇ, ਤਾਂ ਇੱਦਾਂ ਜਦੋਂ ਹੁੰਦਾ ਰਜੇ ਇਹਨੂੰ ਆਪਾਂ ਕਿਵੇਂ ਲਿਖਿਆ ਜਾਂਦਾ, ਇੱਦਾਂ log e(x). ਇਹ e ਦਾ ਮਤਲਬ ਕੀ ਹੈ, ਇਹ ਕਿਹੜਾ log ਹੈ, ਇਹ ਨੈਚੁਰਲ, ਠੀਕ ਹੈ। ਦੋ log ਹੁੰਦੇ ਆ ਰਜੇ, ਇੱਕ ਤਾਂ log e ਹੁੰਦਾ, ਇਹਨੂੰ ਤਾਂ ਬੋਲਦੇ ਆ ਨੈਚੁਰਲ log, ਇੱਕ ਹੁੰਦਾ log 10,
है ना, तो इनू बोलते हैं log टू दी बेस 10। ठीक है, जे इन्होंने आपस दे विच देखना होवे ये आपस च किवें बराबर है, तो log e कादे बराबर हुंदा 2.303 log 10। ये कुछ क चीज़ां ये तुहानूं याद करनियां पैणगीਆਂ बेटे। बस जदों इस फॉर्म च होवे ध्यान रखना, जदों नीचे होवे तो log e x। हुण देखो इत्थे ये टैंपरेचर नीचे है, उपर भी टैंपरेचर है, तो इनू किस फॉर्म च लिख देना आपां log e t माइनस टी नॉट। के तो कॉन्सटेंट है, कॉन्सटेंट बाहर आ जाऊगा इंटीग्रेशन तो, इंटीग्रेशन ऑफ डी टी कादे बराबर हुंदी है रजे टी दे, है ना। ये तुसी ग्रेविटेशन दे विच कीता है, जदों आपां इंटीग्रेशन दा थोड़ा जा कीता सी, उहदे विच डी टी जे सिंगल होवे, मान लो इदा कला डी एक्स है, ये कादे बराबर हो जाऊगा एक्स दे। हुण आपां बट किहदी गल कर रहे हैं डी टी दी, ये कादे बराबर हो जाऊगा टी दे। तो इत्थे आ गया के टी। ठीक है रजे, जिवें आपां कई बार तां कॉन्सटेंट नहीं लेंदे, बट जो मैथ दे विच करते हैं ना, जो इंटीग्रेशन सॉल्व होंदी है तो प्लस सी का की मतलब है, यह की चीज़ दस रहा है कॉन्सटेंट। ये उपरले सी दे नाल आपां कन्फ्यूज नहीं करते, चाहे इत्थे सी दी थां ते ना कुछ भी कैपिटल ए भी लिख सकते हैं, मतलब कोई भी नाल कॉन्सटेंट। ठीक है, तो जो ये देखा गया आ रिजल्ट आ गया, ये देखा गया कि इनू जे आपां रजे एक तुसीं कीता होना मैथ दे विच करते हैं आपां y इज इक्वल्स टू एम एक्स प्लस सी, यह स्ट्रेट लाइन की इक्वेशन है। ठीक है, एम की हुंदी है स्लोप हुंदी है, y ते x दोनों एक्सिस दे आन गया, y ते x एक्सिस। ठीक है, ते m की शो कर रहा है स्लोप दस रहा उहदी। हुण यही चीज़ तो आपां इत्थे लैना, यह y हो गया है ना, तो इनू log t माइनस टी नू y ते लै लिया, जिहड़ा यह t है ये x शो कर रहा, तो स्मॉल t नू आपां x ते लै लिया। ठीक है, तो हुण देखो माइनस के की शो करूगा स्लोप, है ना, बट स्लोप की आ गई रजे नैगेटिव, जिहदा प्लस स्लोप होवे फिर तो इदा उपर नू जाऊगा, बट इत्थे माइनस स्लोप है, माइनस स्लोप का इहदा मतलब वो नीचे नू आ रही है। क्लीयर, तो ये दस रहा है आपां नू इक्वेशन ऑफ स्ट्रेट लाइन। ठीक है, तो यह जो कॉन्सटेंट है, ये कॉन्सटेंट है, ये आपां नू दसदा है कि जिहड़ी यह लाइन है वो कित्थे कट रही है। आपां नू सपोज ये सी दी वैल्यू 1 है, तो जिहड़ी यह स्ट्रेट लाइन है इत्थों 1 तो स्टार्ट हो रही होनी है ना, तो हुण आपां नू की पता लगूगा भी आह लाइन ने कित्थों स्टार्ट होना है, तो आह वाला कॉन्सटेंट इहदी वैल्यू दसूगा जिथे वह वाई एक्सिस नू कट करेगी। क्लीयर, तो ये सी अपने को न्यूटन लॉ ऑफ कूलिंग। तो हुण अपना थर्ड मोड ऑफ ट्रांसफर ऑफ हीट रह गया रजे, वो है रेडिएशन। इट इज़ द प्रोसैस बाय विच हीट इज ट्रांसमिटेड फ्रॉम वन प्लेस टू अनदर विदाउट हीटिंग द इंटरवीनिंग मीडियम। तो इनू कोई भी मीडियम एक थां तो दूजे थां तक हीट ट्रांसफर हो रही है, बट उन्होंने कोई भी मीडियम की रिक्वायरमेंट ना होवे, वो वे ऑफ मैथड की है रजे रेडिएशन है। जिहड़ी हीट ट्रांसफर ऑफ मोड दे नाल अपने कोल सन तो धरती तक हीट आ रही है, वो है रेडिएशन। ठीक है, देखो स्पेस दे थ्रू आंदी है अपने तक हीट पहुँचती है, तो उत्थे तो कोई मीडियम है नहीं, फिर भी अपने तक हीट तो पहुँच रही है, तो उत्थों वन एंड तो दूसरे एंड तक विदाउट एनी मीडियम, है ना, चाहे उस मीडियम नू हीट करे ना करे, है ना, तो उत्थों एक थां तो दूसरे थां तक हीट ट्रांसफर नू आपां की बोलते हैं रेडिएशन। ठीक है, तो अपने 3 वेज ऑफ ट्रांसफर ऑफ हीट सी रजे, कंडक्शन, कन्वैक्शन ते रेडिएशन। कंडक्शन सिर्फ सॉलिड्स दे विच होएगा, कन्वैक्शन फ्लूइड्स दे विच होएगा। रेडिएशन का आपां नू पता ही लग गया जिहदे थ्रू सन तो अपने तक हीट आ रही है। क्लीयर, सो नैक्सट टॉपिक ही अगे कंटिन्यू करते हुए थर्मल प्रॉपर्टीज़ ऑफ मैटर दे विच होके टॉपिक करते हैं परफेक्ट ब्लैक बॉडी। इनू सिर्फ आप क्वालिटेटिव आइडिया जा लेना है। ठीक है, थोड़ा जा बस थोड़ा पता होवे, इहदे विच इन डिटेल होर कुछ नहीं करना आपां। तो अ परफेक्ट ब्लैक बॉडी इज द वन विच absorb heat radiation of all wavelengths which fall on it and emits the full radiation spectrum on being heated। तो ब्लैक बॉडी की करती है, जिन्नियां भी रेडिएशन जिन्नी भी वेवलेंथ की होगी उहदे ते जदों फॉल करते हैं वो absorb कर लेंदी है,
ਤੇ ਅਮਿਟ ਵੀ ਕਰਦੀ ਹੈ ਰੇਡੀਏਸ਼ਨ ਕਦੋਂ, ਜਦੋਂ ਹੀਟਡ ਹੁੰਦੀ ਹੈ, ਜਦੋਂ ਉਹਨੂੰ ਆਪਾਂ ਹੀਟ ਅਪ ਕਰਾਂਗੇ। ਠੀਕ ਹੈ, such body do not reflect or transmit any part of radiation, hence it appears black। ठीक है, ਜਦੋਂ ਕਿਉਂਕਿ ਉਹ ਹੀਟ ਕਰਨ ਤੇ ਰੇਡੀਏਸ਼ਨ ਅਮਿਟ ਕਰਦੀ ਹੈ, ਅਦਰਵਾਈਜ਼ ਉਹ ਕਿਸੇ ਟਾਈਪ ਦੀ ਹੀਟ ਨੂੰ, ਰੇਡੀਏਸ਼ਨਸ ਨੂੰ ਰਿਫਲੈਕਟ ਨਹੀਂ ਕਰਦੀ, ਟਰਾਂਸਮਿਟ ਨਹੀਂ ਕਰਦੀ, ਇਸੇ ਲਈ ਆਪਾਂ ਨੂੰ ਉਹ ਬਾਡੀ ਕਿੱਦਾਂ ਅਪੀਅਰ ਹੋਏਗੀ, ਬਲੈਕ ਅਪੀਅਰ ਹੋਏਗੀ। ਠੀਕ ਹੈ, ਤਾਂ ਪਰਫੈਕਟ ਬਲੈਕ ਬਾਡੀ ਨੂੰ ਆਪਾਂ ਕੀ ਕਹਾਂਗੇ, ਵੈਨ ਹੀਟਡ emits radiation of all possible wavelengths at that temperature। ਮੰਨ ਲਓ ਆਪਾਂ ਬਾਡੀ ਨੂੰ ਹੀਟ ਕੀਤਾ 100 ਡਿਗਰੀ ਸੈਲਸੀਅਸ ਤੇ ਹੀਟ ਕੀਤਾ ਤਾਂ ਉਦੋਂ ਰੇਡੀਏਸ਼ਨ ਐਮਿਟ ਕਰੇਗਾ, ਜਦੋਂ ਆਪਾਂ ਟੈਂਪਰੇਚਰ ਹੋਰ ਵਧਾਤਾ ਫਿਰ ਉਦੋਂ ਅਲੱਗ ਤਰ੍ਹਾਂ ਦੀਆਂ ਰੇਡੀਏਸ਼ਨ ਐਮਿਟ ਕਰੇਗਾ। ਠੀਕ ਹੈ, ਤਾਂ ਬਲੈਕ ਬਾਡੀ ਜਿਹੜੀ ਪਰਫੈਕਟ ਬਲੈਕ ਬਾਡੀ ਹੋਏਗੀ ਜਦੋਂ ਆਪਾਂ ਉਹਨੂੰ ਹੀਟ ਅਪ ਕਰਾਂਗੇ ਤਾਂ ਸਾਰੇ ਤਰ੍ਹਾਂ ਦੀਆਂ ਆਲ ਪੋਸੀਬਲ ਵੇਵਲੈਂਥਸ ਅਮਿਟ ਹੋਣਗੀਆਂ, ਤਾਂ ਅਬਜ਼ੌਰਬ ਵੀ ਸਾਰੀਆਂ ਕਰਦਾ ਹੈ, ਅਮਿਟ ਵੀ ਸਾਰੀਆਂ ਕਰਦਾ, ਬਟ ਔਨ ਬੀਇੰਗ ਹੀਟਡ। ਹੁਣ ਇਸੇ ਤੇ ਪਰਫੈਕਟ ਬਲੈਕ ਬਾਡੀ ਤੇ ਹੀ ਇੱਕ ਲਾਅ ਹੈ, ਵੀਨਸ ਡਿਸਪਲੇਸਮੈਂਟ ਲਾਅ। ਇਹ ਲਾਅ ਕੀ ਕਹਿੰਦਾ ਹੈ, ਇਟ ਸਟੇਟਸ ਦੈਟ ਪ੍ਰੋਡਕਟ ਆਫ ਵੇਵਲੈਂਥ ਆਫ ਮੈਕਸਿਮਮ emission and corresponding absolute temperature of black body is always constant। ਤਾਂ ਕਾਹਦਾ ਪ੍ਰੋਡਕਟ, ਵੇਵਲੈਂਥ ਦਾ, ਜਦੋਂ ਆਪਾਂ ਹੀਟ ਕੀਤਾ ਉਦੋਂ ਆਲ ਪੋਸੀਬਲ ਵੇਵਲੈਂਥਸ ਦੀਆਂ ਰੇਡੀਏਸ਼ਨ ਅਮਿਟ ਹੋਣਗੀਆਂ। ਠੀਕ ਹੈ, ਤਾਂ ਉਹਦੇ ਵਿੱਚੋਂ ਕੋਈ ਤਾਂ ਕੋਈ ਵੇਵਲੈਂਥ ਸਪੋਜ਼ ਇੱਕ ਦੀ 100 ਸੀ, ਇੱਕ ਦੀ 200 ਸੀ, ਇੱਕ ਦੀ 230 ਸੀ, ਕਿਸੇ ਦੀ 150 ਸੀ, ਤਾਂ ਮੈਕਸਿਮਮ ਮੰਨ ਲਓ ਵੇਵਲੈਂਥ 230 ਹੈ ਮੰਨ ਲਓ। ਠੀਕ ਹੈ, ਕਿਸੇ ਕਿੰਨੇ ਟੈਂਪਰੇਚਰ ਤੇ ਆਪਾਂ ਇਹਨੂੰ ਹੀਟ ਕੀਤਾ ਸੀ, 50 ਡਿਗਰੀ ਤੇ, ਤਾਂ ਜਿਹੜੀ ਮੈਕਸਿਮਮ ਐਮਿਸ਼ਨ ਵੇਵਲੈਂਥ ਸੀ ਤੇ ਉਹਦੇ ਕੋਰਸਪੋਂਡਿੰਗ ਜਿਹੜਾ ਟੈਂਪਰੇਚਰ ਸੀ, ਇਹਨਾਂ ਦੋਨਾਂ ਦਾ ਪ੍ਰੋਡਕਟ ਕੀ ਰਹੇਗਾ, ਕਾਂਸਟੈਂਟ ਰਹੇਗਾ। ਤਾਂ ਲੈਮਡਾ ਐਮ ਕੀ ਹੈ, ਮੈਕਸਿਮਮ ਐਮਿਟਡ ਵੇਵਲੈਂਥ। ਠੀਕ ਹੈ, ਜਿੰਨੀ ਮੈਕਸਿਮਮ ਵੇਵਲੈਂਥ ਉਹ ਐਮਿਟ ਕਰ ਸਕਦਾ ਤੇ ਟੈਂਪਰੇਚਰ ਦਾ ਪ੍ਰੋਡਕਟ ਕੀ ਰਹੇਗਾ, ਕਾਂਸਟੈਂਟ। ਤੇ ਬੀ ਕੀ ਹੈ ਇੱਥੇ, ਵੇਨਸ ਕਾਂਸਟੈਂਟ, ਤੇ ਇਹਦੀ ਵੈਲਿਊ ਕਿੰਨੀ ਹੋਏਗੀ, 0.02898 ਮਿਲੀ ਕੈਲਵਿਨ। ਠੀਕ ਹੈ, ਮੀਟਰ ਕੈਲਵਿਨ, ਸੌਰੀ ਮੀਟਰ ਕੈਲਵਿਨ। ਤਾਂ ਇਹਦੇ ਵਿੱਚੋਂ ਆਪਾਂ ਜੇ ਦੇਖੀਏ ਵੇਵਲੈਂਥ ਦੀ ਜਿਹੜੀ ਯੂਨਿਟ ਹੋਏਗੀ ਮੀਟਰ, ਟੈਂਪਰੇਚਰ ਦੀ ਕੈਲਵਿਨ, ਤਾਂ ਮੀਟਰ ਕੈਲਵਿਨ। ਕਲੀਅਰ। ਹੁਣ ਇਹਦੇ ਤੇ ਹੀ ਬਲੈਕ ਬਾਡੀ ਤੇ ਹੀ ਇੱਕ ਲਾਅ ਆਉਂਦਾ, ਸਟੀਫਨਸ ਲਾਅ। ਦਿਸ ਲਾਅ ਸਟੇਟਸ that total amount of energy radiated per second per unit area of a perfect black body is directly proportional to 4th power of the absolute temperature of the surface of the body। ਹੁਣ ਦੇਖੋ ਜਿਹੜੀ ਬਲੈਕ ਬਾਡੀ ਹੈ ਜਦੋਂ ਆਪਾਂ ਉਹਨੂੰ ਹੀਟ ਕੀਤਾ ਰੇਡੀਏਸ਼ਨਸ ਐਮਿਟ ਕਰ ਰਹੀ ਹੈ। ਠੀਕ ਹੈ, ਇਹਦਾ ਮਤਲਬ ਹੀਟ એનર્ਜੀ ਐਮਿਟ ਹੋ ਰਹੀ ਹੈ ਨਾ, ਬਟ ਆਪਾਂ ਕਿਵੇਂ ਲੈਣਾ ਉਹ ਹੀਟ એનર્ਜੀ ਪਰ ਸੈਕਿੰਡ ਪਰ ਯੂਨਿਟ ਏਰੀਆ। ਠੀਕ ਹੈ, ਜਿਹੜੀ ਇਹ ਹੀਟ એનર્ਜੀ ਐਮਿਟ ਹੋ ਰਹੀ ਹੈ ਕਾਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, 4th ਪਾਵਰ ਆਫ ਦੀ ਐਬਸੋਲਿਊਟ ਟੈਂਪਰੇਚਰ, ਜਿੰਨੇ ਟੈਂਪਰੇਚਰ ਤੇ ਆਪਾਂ ਉਹਨੂੰ ਬਲੈਕ ਬਾਡੀ ਨੂੰ ਹੀਟ ਅਪ ਕੀਤਾ। ਤਾਂ E ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ T ਪਾਵਰ 4। ਪ੍ਰੋਪੋਰਸ਼ਨੈਲਿਟੀ ਸਾਈਨ ਹਟਾ ਕੇ ਇੱਥੇ ਸਿਗਮਾ ਲਗਾਤਾ ਕਾਂਸਟੈਂਟ, ਤੇ ਸਿਗਮਾ ਇਜ਼ ਕਾਲਡ ਸਟੀਫਨਸ ਕਾਂਸਟੈਂਟ। ਤੇ ਇਹ એનર્ਜੀ ਜੂਲ ਨਹੀਂ ਲੈਣੀ ਇਹਦੀ ਯੂਨਿਟ, ਕਿਉਂਕਿ ਇਹ એનર્ਜੀ ਕਿਹੜੀ ਸੀ, ਪਰ ਸੈਕਿੰਡ ਪਰ ਯੂਨਿਟ ਏਰੀਆ। ਤਾਂ ਇਹ ਜੇ ਆਪਾਂ E ਦੀ ਯੂਨਿਟ ਇੱਥੇ ਦੇਖੀਏ ਕੀ ਬਣੂਗੀ, ਜੂਲ ਪਰ ਸੈਕਿੰਡ ਤੇ ਪਰ ਯੂਨਿਟ ਏਰੀਆ ਪਰ ਮੀਟਰ ਸਕੁਅਰ। ਅੱਛਾ, ਤੇ ਸਿਗਮਾ ਦੀ ਵੈਲਿਊ ਕਿੰਨੀ ਹੁੰਦੀ ਹੈ, ਕਾਂਸਟੈਂਟ ਦੀ 5.67 ਇੰਟੂ 10⁻⁵। ਇਹਦੀ ਯੂਨਿਟ ਕਿੰਨੀ ਬਣੂਗੀ ਰਚੇ, ਪਹਿਲਾਂ ਤਾਂ E ਦੀ ਯੂਨਿਟ ਦੇਖੋ, ਜੂਲ ਪਰ ਸੈਕਿੰਡ ਪਰ ਮੀਟਰ ਸਕੁਅਰ, ਫਿਰ ਟੈਂਪਰੇਚਰ ਨੀਚੇ ਆਊਗਾ K-4। ਠੀਕ ਹੈ, ਤਾਂ ਇਹ ਸੀ ਵੇਨਸ ਲਾਅ ਤੇ ਸਟੀਫਨਸ ਲਾਅ। ਹੁਣ ਰਚੇ ਨੈਕਸਟ ਟੌਪਿਕ ਹੈ ਗ੍ਰੀਨ ਹਾਊਸ ਇਫੈਕਟ। ਹੁਣ ਆਪਾਂ ਨੂੰ ਪਤਾ ਹੈ ਵੀ ਜਿਹੜਾ ਸਨ ਹੈ ਇਟ ਇਜ਼ ਦੀ ਸੋਰਸ ਆਫ એનર્ਜੀ, ਇਹਦੇ ਕੋਲੋਂ ਸਾਰੇ ਫਾਰਮ ਦੀ એનર્ਜੀਜ਼ ਐਮਿਟ ਹੁੰਦੀਆਂ ਨੇ, ਵਿਜ਼ੀਬਲ, ਇਨਫਰਾਰੈਡ ਤੇ ਅਲਟਰਾਵਾਇਲਟ। ਠੀਕ ਹੈ, ਬਟ ਆਪਾਂ ਨੂੰ ਵੀ ਪਤਾ ਹੈ ਓਜ਼ੋਨ ਲੇਅਰ ਅਲਟਰਾਵਾਇਲਟ ਰੇਜ਼ ਨੂੰ ਅਬਜ਼ੌਰਬ ਕਰ ਲੈਂਦੀ ਹੈ, ਤੇ ਸਿਰਫ ਵਿਜ਼ੀਬਲ ਲਾਈਟ ਤੇ ਕੁਝ ਪਾਰਟ ਆਫ ਇਨਫਰਾਰੈਡ ਰੇਡੀਏਸ਼ਨ ਆਪਣੇ ਅਰਥ ਦੇ ਸਰਫੇਸ ਤੱਕ ਪਹੁੰਚਦਾ ਹੈ। ਠੀਕ ਹੈ, ਜਦੋਂ ਹੀਟ ਆਪਣੇ ਅਰਥ ਤੱਕ ਸਰਫੇਸ ਤੱਕ ਆ ਰਹੀ ਹੈ ਤਾਂ ਹੀਟ ਅਪ ਹੋ ਜੂਗੀ, ਅਰਥ ਗੈਟਸ ਹੀਟਡ ਅਪ,
बट ज़्यादा टैंपरेचर तक नहीं, थोड़े टैंपरेचर तक ही हीट अप होंदी है। ठीक है, तो जो अब्जॉर्ब करेगी एनर्जी उस तो बाद एमिट भी तो करेगी ना रेडिएशनस अर्थ द सरफेस। ठीक है, तो जो क्योंकि लो टैंपरेचर तक हीट अप हुई सी, तो जो एनर्जी एमिट होएगी अर्थ के सरफेस तो जी वो वेवलैंथ होएगी किस रीजन के लाई करेगी, इंफ्रारेड रीजन के। ठीक है, क्योंकि वो वेवलैंथ ज़्यादा होएगी। ठीक है, हुण जो इंफ्रारेड रीजन चो इंफ्रारेड रीजन के विच रेडिएशनस एमिट हो रही ने, हुण अर्थ का जिहड़ा एटमोसफेयर है वो अब्जॉर्ब कर लेगा, जिवें क्लाउड्स वगैरह ने वो इस रेडिएशनस नूं अब्जॉर्ब कर लेगा। तो जिहड़ा अपना अर्थ का एटमोसफेयर है बिकम्स रिच इन इंफ्रारेड रेडिएशन। ठीक है, इंफ्रारेड रेडिएशन बेसिकली इन्हां दा काम की हुंदा, हीट अप करना है ना चीज़ नूं। तो जिहड़े ऑब्जैक्ट्स गेट हीटड अप बाय अब्जॉर्बिंग दीज रेडिएशन, तो जिहड़ा अर्थ का एटमोसफेयर है वो भी की हो जाऊगा, गर्म हो जाऊगा। क्यों? क्योंकि ਉਹਦੇ ਵਿੱਚ इंफ्रारेड रेडिएशनस ज़्यादा हो गई है ना। ये ज़्यादा क्यों हुई, क्योंकि अर्थ का सरफेस लो टैंपरेचर तक हीट अप होया सी। लो टैंपरेचर ते जो कोई चीज़ एमिट होंदी है उदों किहड़ियां रेडिएशनस जा रही ने, आंदियां ने इंफ्रारेड रेडिएशन। ठीक है, तो इस फिनोमिना नूं की कहने आपां, ग्रीन हाउस इफेक्ट। क्योंकि देखो गैसिज ने एटमोसफेयर बनाना है, तो जो इंफ्रारेड रेडिएशनस जाणगियां अर्थ के एटमोसफेयर ते, तो वह गैसिज सारियां की करनगियां, इंफ्रारेड रेडिएशनस नूं अब्जॉर्ब कर लैणगियां। अब्जॉर्ब करनगियां तो हीटड अप हो जाऊगा अर्थ का एटमोसफेयर, तो इसी नूं की कहने आपां, ग्रीन हाउस इफेक्ट। ठीक है बेटे, सो दैट ऑल वॉज द टॉपिक ऑफ थर्मल प्रॉपर्टीज ऑफ मैटर। ਇਹਦੇ ਨਾਲ अपना चैप्टर खत्म हो गया थर्मल प्रॉपर्टीज का। क्लीयर? थैंक यू सो मच।